ਮਾਈਨਿੰਗ ਨੂੰ ਲੈ ਕੇ ਚੰਨੀ ਸਰਕਾਰ ਦਾ ਵੱਡਾ ਫੈਸਲਾ। ਹੁਣ ਮਾਈਨਿੰਗ ਖੱਡ ਤੇ 5.5 ਰੁਪਏ ਫੁੱਟ ਮਿਲੇਗੀ ਰੇਤ। ਜ਼ਮੀਨ ਮਾਲਕ 3 ਫੁੱਟ ਤੱਕ ਆਪਣੇ ਖੇਤ ਚੋਂ ਕਰ ਸਕੇਗਾ ਮਾਈਨਿੰਗ। ਚੰਨੀ ਸਰਕਾਰ ਦਾ ਕੱਚੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ। 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ। ਵਿਧਾਨ ਸਭਾ ਚ ਆਏਗਾ ਬਿੱਲ। ਡੀਸੀ ਰੇਟ 'ਚ ਵੀ ਕੀਤਾ ਇਜ਼ਾਫਾ। ਚੰਨੀ ਸਰਕਾਰ ਨੇ ਬਦਲੇ ਅਫਸਰ ਨਵਜੋਤ ਸਿੱਧੂ ਨੂੰ ਚੁਣਿਆ। ਏਜੀ APS ਦਿਓਲ ਦਾ ਅਸਤੀਫਾ ਕੀਤਾ ਮਨਜ਼ੂਰ। ਪੈਨਲ 'ਚ ਹੋਏਗੀ ਨਵੇਂ DGP ਦੀ ਨਿਯੁਕਤੀ। ਜਵਾਈ ਦੀ ਨਿਯੁਕਤੀ ਨੂੰ ਲੈ ਕੇ ਕਸੂਤੇ ਫਸੇ ਸੁਖਜਿੰਦਰ ਰੰਧਾਵਾ ਆਪਣਿਆਂ ਨੇ ਹੀ ਚੱਕੇ ਸਵਾਲ। ਨਿਊਜ਼ 18 ਤੇ ਬੋਲੇ ਫਤਿਹਜੰਗ ਬਾਜਵਾ। ਰੰਧਾਵਾ ਨੇ ਗ੍ਰਹਿ ਮੰਤਰੀ ਦੇ ਅਹੁਦੇ ਦੀ ਕੀਤੀ ਦੁਰਵਰਤੋਂ। ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਹੋਈ ਮੰਗ। ਨਵਜੋਤ ਸਿੱਧੂ ਨੇ ਡੇਰਾ ਬਾਬਾ ਨਾਨਕ ਜਾ ਕੇ ਕੀਤੀ ਅਰਦਾਸ ਤਾਂ CM ਚੰਨੀ ਅਤੇ ਹਰਸਿਮਰਤ ਬਾਦਲ ਨੇ ਕੇਂਦਰ ਨੂੰ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘਾ ਖੋਲ੍ਹਣ ਦੀ ਕੀਤੀ ਅਪੀਲ। ਸੰਯੁਕਤ ਮੋਰਚੇ ਵੱਲੋਂ ਸੰਸਦ ਭਵਨ ਤੱਕ ਟਰੈਕਟਰ ਮਾਰਚ ਦਾ ਐਲਾਨ। 29 ਨਵੰਬਰ ਨੂੰ 500 ਦਾ ਜਥਾ ਕਰੇਗਾ ਕੂਚ, ਪਰ ਚੰਡੂਨੀ ਗਰੁੱਪ ਹੋਇਆ ਨਾਰਾਜ਼। 26 ਨਵੰਬਰ ਨੂੰ ਹੀ ਦਿੱਲੀ ਕੂਚ ਕਰਨ ਤੇ ਅੜੇ। ਲਖੀਮਪੁਰ ਹਿੰਸਾ ਦੌਰਾਨ ਆਸ਼ੀਸ਼ ਮਿਸ਼ਰਾ ਦੀ ਰਾਈਫਲ ਚੋਂ ਚੱਲੀ ਸੀ ਗੋਲੀ। ਹਥਿਆਰਾਂ ਨਾਲ ਜੁੜੀ FSL ਰਿਪੋਰਟ 'ਚ ਹੋਇਆ ਖੁਲਾਸਾ। ਪੋਸਟਮਾਰਟਮ 'ਚ ਕਿਸੇ ਨੂੰ ਗੋਲੀ ਲੱਗਣ ਦੀ ਨਹੀਂ ਹੋਈ ਸੀ ਪੁਸ਼ਟੀ। DAP ਦੀ ਕਿੱਲਤ ਨੂੰ ਲੈ ਕੇ ਹਰਕਤ 'ਚ ਚੰਨੀ ਸਰਕਾਰ। ਖੇਤੀ ਮੰਤਰੀ ਕਾਕਾ ਰਣਦੀਪ ਨੇ ਅਫਸਰਾਂ ਦੀ ਲਈ ਬੈਠਕ। ਕੇਂਦਰ ਨਾਲ ਬਿਹਤਰ ਤਾਲਮੇਲ ਲਈ ਬਣਾਈ ਅਧਿਕਾਰੀਆਂ ਦੀ ਵਿਸ਼ੇਸ਼ ਟੀਮ। ਪੰਜਾਬ 'ਚ ਸਰਕਾਰੀ ਖਰੀਦ ਬੰਦ ਕਰਨ ਦੇ ਫੈਸਲੇ ਤੇ ਬੋਲੇ ਭਾਰਤ ਭੂਸ਼ਣ ਆਸ਼ੂ। ਕਿਹਾ ਸਿਰਫ ਛੋਟੀਆਂ ਮੰਡੀਆਂ ਕੀਤੀਆਂ ਨੇ ਬੰਦ। ਝੋਨੇ ਦਾ ਇੱਕ ਦਾਣਾ ਖਰੀਦੇਗੀ ਪੰਜਾਬ ਸਰਕਾਰ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਮਿਲੇ ਨਾਮੀ ਗਾਇਕ ਕੈਲਾਸ਼ ਖੇਰ। ਸੂਬੇ ਦੇ ਸੱਭਿਆਚਾਰ ਸਮੇਤ ਕਈ ਮੁੱਦਿਆਂ ਤੇ ਹੋਈ ਚਰਚਾ। ਕੈਲਾਸ਼ ਨੇ CM ਨੂੰ ਗੀਤ ਵੀ ਸੁਣਾਏ। भेदभाव की सभी बेड़ियां खोल रहा हूँ मैं। हरियाणा वासियों, परदेश वासियों, मैं मनोहर लाल बोल रहा हूँ। मैं मनोहर लाल। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਅੱਜ ਕੈਬਨਿਟ ਦੇ ਫੈਸਲਿਆਂ ਦੀ। ਕੈਬਨਿਟ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ, ਜਿਸ ਦੀ ਜਾਣਕਾਰੀ ਖੁਦ CM ਚਰਨਜੀਤ ਸਿੰਘ ਚੰਨੀ ਹੋਰਾਂ ਵੱਲੋਂ ਦਿੱਤੀ ਗਈ। ਮੰਗਲਵਾਰ ਨੂੰ ਚੰਨੀ ਸਰਕਾਰ ਨੇ ਸਿੱਧਾ ਲੋਕਾਂ ਨਾਲ ਜੁੜੇ 3 ਵੱਡੇ ਫੈਸਲੇ ਲਏ ਨੇ। ਇਸ 'ਚ ਮੁਲਾਜ਼ਮਾਂ ਨਾਲ ਜੁੜੇ 2 ਫੈਸਲੇ ਨੇ, ਜਦਕਿ ਇੱਕ ਫੈਸਲਾ ਰੇਤੇ ਦੇ ਰੇਟ ਦੇ ਨਾਲ ਜੁੜਿਆ ਹੋਇਆ, ਜਿਸ ਨਾਲ ਜਨਤਾ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਬਿਜਲੀ ਤੇ ਪੈਟਰੋਲ ਤੋਂ ਬਾਅਦ 15 ਦਿਨਾਂ ਦੇ ਅੰਦਰ ਅੰਦਰ ਮੁੱਖ ਮੰਤਰੀ ਨੇ ਸੂਬੇ ਦੀ ਜਨਤਾ ਨੂੰ ਇਹ ਤੀਜੀ ਵੱਡੀ ਰਾਹਤ ਦਿੱਤੀ ਹੈ। ਡਿਟੇਲਡ ਰਿਪੋਰਟ ਦਿਖਾਉਂਦੇ ਹਾਂ। 2022 ਦੀ ਜੰਗ ਦੇ ਲਈ ਚੰਨੀ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਕਮਰ ਕੱਸੀ ਹੈ। 15 ਦਿਨਾਂ ਦੇ ਅੰਦਰ ਕੈਬਨਿਟ ਨੇ ਤੀਜੀ ਵਾਰ ਜਨਤਾ ਨਾਲ ਜੁੜੇ 3 ਵੱਡੇ ਫੈਸਲੇ ਲਏ। ਮੰਗਲਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ ਤੋਂ ਬਾਅਦ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਫੈਸਲੇ ਦੇ ਉੱਤੇ ਮੋਹਰ ਲਗਾ ਦਿੱਤੀ ਗਈ। ਜਿਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਉਹਨਾਂ ਦੇ ਵਿੱਚ ਐਡਹੌਕ, ਠੇਕਾ ਆਧਾਰਿਤ, ਟੈਂਪਰੇਰੀ ਬੇਸਿਸ, ਡੇਲੀ ਵੇਸਿਸ ਮੁਲਾਜ਼ਮ ਸ਼ਾਮਲ ਨੇ। ਪਰ ਇਸ ਦੇ ਨਾਲ ਸਰਕਾਰ ਨੇ 10 ਸਾਲ ਦੇ ਤਜਰਬੇ ਦੀ ਸ਼ਰਤ ਵੀ ਰੱਖੀ ਹੈ। ਇਸ ਦੇ ਨਾਲ ਸਰਕਾਰ ਦਾ ਫੈਸਲਾ ਬੋਰਡਸ, ਕਾਰਪੋਰੇਸ਼ਨਸ ਦੇ ਮੁਲਾਜ਼ਮਾਂ ਤੇ ਲਾਗੂ ਨਹੀਂ ਹੋਵੇਗਾ। ਫੈਸਲੇ ਨੂੰ ਲਾਗੂ ਕਰਵਾਉਣ ਦੇ ਲਈ ਵਿਧਾਨ ਸਭਾ ਦੇ ਵਿੱਚ ਸਰਕਾਰ ਬਿੱਲ ਲੈ ਕੇ ਆਵੇਗੀ। ਪੰਜਾਬ ਸਰਕਾਰ ਦੀ ਕੈਬਨਿਟ ਨੇ 36,000 EMPLOYEES ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ। ਇਹਦੀ ਡਿਟੇਲਸ ਅਸੀਂ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਦੇ ਰਾਹੀਂ ਲਿਆ ਕੇ ਤੁਹਾਨੂੰ ਦਵਾਂਗੇ। ਮੁਲਾਜ਼ਮਾਂ ਨਾਲ ਜੁੜਿਆ ਇੱਕ ਹੋਰ ਫੈਸਲਾ CM ਚੰਨੀ ਨੇ ਕੀਤਾ। ਸਰਕਾਰ ਨੇ DC ਰੇਟ ਵਧਾਉਣ ਦਾ ਫੈਸਲਾ ਲਿਆ। 415 ਰੁਪਏ ਪ੍ਰਤੀ ਮਹੀਨਾ DC ਰੇਟ ਵਧਾਇਆ ਗਿਆ ਹੈ। 8,776 ਦੀ ਬਜਾਏ ਹੁਣ 9,192 ਰੁਪਏ ਮਹੀਨਾ ਦਿੱਤਾ ਜਾਵੇਗਾ ਅਤੇ ਇਹ ਮਾਰਚ 2020 ਤੋਂ ਲਾਗੂ ਹੋਵੇਗਾ। ਇਸ ਦੇ ਨਾਲ 8,251 ਰੁਪਏ ਦੇ ਰੇਟ ਦੇ ਹਿਸਾਬ ਨਾਲ ਏਰੀਅਰ ਵੀ ਮਿਲੇਗਾ। 1 ਮਾਰਚ ਤੋਂ ਲੈ ਕੇ ਅੱਜ ਤੱਕ ਦੇ DC ਰੇਟ ਮਿਨੀਮਮ ਵੇਜ ਹੈ ਜਿਹੜੇ ਉਹਦੇ ਬਕਾਏ ਵੀ ਮਿਲਣਗੇ ਤੇ ਅੱਗੇ ਨੂੰ ਵੀ ਜਿਹੜਾ 415 ਰੁਪਇਆ ਰੇਟ ਹੈ ਮਿਨੀਮਮ ਵੇਜ ਹੈ ਉਹ ਵੱਧ ਜਾਏਗਾ। ਚੰਨੀ ਸਰਕਾਰ ਦਾ ਤੀਜਾ ਵੱਡਾ ਫੈਸਲਾ ਰੇਤੇ ਦੇ ਰੇਟ ਨੂੰ ਲੈ ਕੇ ਸੀ, ਜਿਸ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਉਥਲ-ਪੁਥਲ ਵੇਖਣ ਨੂੰ ਮਿਲ ਰਹੀ ਹੈ। ਸਰਕਾਰ ਨੇ ਹੁਣ ਰੇਤੇ ਦੇ ਰੇਟ ਤੈਅ ਕਰ ਦਿੱਤੇ ਨੇ। ਮਾਈਨਿੰਗ ਖੱਡ ਦੇ ਉੱਤੇ 5.5 ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗਾ। ਇਸ ਵਕਤ ਪੰਜਾਬ 'ਚ 20 ਤੋਂ 35 ਰੁਪਏ ਫੁੱਟ ਰੇਤਾ ਮਿਲ ਰਿਹਾ ਹੈ। ਇਸ ਦੇ ਨਾਲ ਜ਼ਮੀਨ ਮਾਲਕ ਖੇਤ ਦੇ ਵਿੱਚੋਂ 3 ਫੁੱਟ ਤੱਕ ਰੇਤਾ ਕੱਢ ਸਕਦਾ ਹੈ।
ਇੱਟਾਂ ਵਾਲੇ ਭੱਠੇ ਮਾਈਨਿੰਗ ਪਾਲਿਸੀ ਤੋਂ ਬਾਹਰ ਰੱਖੇ ਗਏ ਨੇ। ਚੰਨੀ ਸਰਕਾਰ ਦੇ ਫੈਸਲੇ ਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੈਂ ਵਧਾਈ ਦਿੰਦਾ ਸੀਐਮ ਸਾਹਿਬ ਨੂੰ ਕਿ ਮੇਰੀ ਮਨ ਦੀ ਬਹੁਤ ਵੱਡੀ ਤਾਂਘ ਸੀ ਇਹ ਕਿ ਰੇਤੇ ਦੇ ਰੇਟ ਫਿਕਸ ਹੋਣ। ਅੱਜ ਸੀਐਮ ਸਾਹਿਬ ਦੇ ਰਹੇ ਨੇ, ਇਹ ਵਧਾਈ ਦੇ ਪਾਤਰ ਨੇ। ਜਨਤਾ ਦੀ ਕਚਹਿਰੀ ਦੇ ਵਿੱਚ ਜਾਣ ਤੋਂ ਪਹਿਲਾਂ ਚੰਨੀ ਸਰਕਾਰ ਦਾ ਇਹ ਐਲਾਨ ਕਾਂਗਰਸ ਨੂੰ ਕਿੰਨਾ ਸਿਆਸੀ ਫਾਇਦਾ ਪਹੁੰਚਾ ਸਕੇਗਾ, ਇਸ ਦਾ ਫੈਸਲਾ ਜਨਤਾ 2022 ਦੀਆਂ ਚੋਣਾਂ ਦੇ ਵਿੱਚ ਆਪਣੀ ਵੋਟ ਦੀ ਤਾਕਤ ਨਾਲ ਕਰੇਗੀ। ਪਰ ਇਹ ਗੱਲ ਸਾਫ਼ ਹੈ ਕਿ ਕਾਂਗਰਸ ਦੇ ਫੈਸਲਿਆਂ ਨੇ ਵਿਰੋਧੀ ਧਿਰਾਂ ਨੂੰ ਸੋਚਣ ਦੇ ਲਈ ਮਜਬੂਰ ਜ਼ਰੂਰ ਕਰ ਦਿੱਤਾ ਹੈ। ਚੰਡੀਗੜ੍ਹ ਤੋਂ ਨੁਪਿੰਦਰ ਬਰਾੜ ਦੇ ਨਾਲ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਤੇ ਉਧਰ ਵਿਰੋਧੀ ਪੰਜਾਬ ਸਰਕਾਰ ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਾ ਰਹੇ ਨੇ, ਤਾਂ ਉਧਰ ਮੁਲਾਜ਼ਮ ਸਰਕਾਰ ਤੋਂ ਬਗੈਰ ਸ਼ਰਤ ਪੱਕੇ ਕਰਨ ਦੀ ਮੰਗ ਕਰ ਰਹੇ ਨੇ। 5 ਸਾਲ ਰਾਜ ਕਰਨ ਦਾ ਮੌਕਾ ਮਿਲਿਆ, 1850 ਦਿਨ ਬਣਦੇ ਆ, 1825 ਦਿਨ ਦੇ ਵਿੱਚੋਂ 1775 ਦਿਨ ਜਿਹੜੇ ਆ ਉਹ ਬਿਨਾਂ ਕੋਈ ਫੈਸਲਾ ਲਏ ਤੇ ਕਾਂਗਰਸ ਨੇ ਜਾਈ ਗਵਾਤੇ। ਔਰ 1775 ਦਿਨ ਕਾਂਗਰਸ ਨੇ ਪੰਜਾਬ ਨੂੰ, ਪੰਜਾਬੀਆਂ ਨੂੰ ਗੁੰਮਰਾਹ ਕੀਤਾ, ਉਹਨਾਂ ਦਾ ਨਜਾਇਜ਼ ਫਾਇਦਾ ਉਠਾਇਆ ਔਰ ਜਿਹੜੀ ਆਪਣੀ ਸੱਤਾ ਚਲਾਈ ਆ ਉਹ ਪਿਛਲੇ 5 ਸਾਲ ਪਹਾੜਾਂ ਦੀਆਂ ਵਾਦੀਆਂ 'ਚ ਸੱਤਾ 'ਚ ਮਸ਼ਗੂਲ ਰਹਿ ਕੇ ਚਲਾਈ ਆ। ਜੋ ਪੰਜਾਬ ਸਰਕਾਰ ਦੀ ਤਰਫੋਂ 36000 ਦੇ ਕਰੀਬ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਫੈਸਲਾ ਕੀਤਾ ਗਿਆ, ਉਹ ਬਹੁਤ ਹੀ ਉਹਨਾਂ ਪਰਿਵਾਰਾਂ ਲਈ ਖੁਸ਼ੀ ਵਾਲਾ ਤੇ ਸਵਾਗਤਯੋਗ ਕਦਮ ਹੈ। ਪਰੰਤੂ ਸਾਡੀ ਸਰਕਾਰ ਤੋਂ ਮੰਗ ਹੈ ਕਿ ਇਹ ਜਿਹੜੇ ਕੱਚੇ ਤੋਂ ਪੱਕੇ ਕੀਤੇ ਜਾਣੇ, ਇਹਨਾਂ ਤੇ ਕੋਈ ਪ੍ਰੋਬੇਸ਼ਨ ਪੀਰੀਅਡ ਨਾ ਹੋਵੇ। ਇਹਨਾਂ ਨੂੰ ਪਿਛਲੀ ਭਰਤੀ ਦੇ ਸਮੇਂ ਤੋਂ ਰੈਗੂਲਰ ਸਕੇਲ ਦੇ ਵਿੱਚ ਪੂਰੀ ਤਨਖਾਹ ਦੇ ਵਿੱਚ ਏਰੀਅਰ ਸਮੇਤ ਪੱਕਿਆਂ ਕੀਤਾ ਜਾਵੇ। ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ, ਪਰ ਜਦੋਂ ਤੱਕ ਇਹ ਫੈਸਲਾ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਹੁੰਦਾ, ਪੂਰੀ ਤਰ੍ਹਾਂ ਨੋਟੀਫਿਕੇਸ਼ਨ ਨਹੀਂ ਹੁੰਦਾ, ਉਦੋਂ ਤੱਕ ਸਾਨੂੰ ਇਸ ਸਰਕਾਰ ਤੇ ਕੋਈ ਭਰੋਸਾ ਨਹੀਂ। ਮੈਂ DTF ਵੱਲੋਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਤੇ ਸਾਡਾ ਜਿਹੜਾ ਪੱਕਾ ਮੋਰਚਾ ਚੱਲ ਰਿਹਾ ਹੈਗਾ ਮਰਿੰਡੇ ਵਿਖੇ, ਅਸੀਂ ਉਸ ਦੇ ਵਿੱਚ ਉਦੋਂ ਤੱਕ ਰਹਾਂਗੇ ਜਦੋਂ ਤੱਕ ਇਹ ਫੈਸਲਾ ਜੋ ਹੈਗਾ ਵੀ ਪੂਰਾ ਨੋਟੀਫਿਕੇਸ਼ਨ ਨਹੀਂ ਹੁੰਦਾ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੇ ਇਹ ਫੈਸਲਾ ਲਿਆ ਵੀ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਪਰੰਤੂ ਇਹ ਫੈਸਲਾ, ਇਸ ਨੂੰ ਜਿਤਨਾ ਚਿਰ ਅਮਲੀ ਰੂਪ ਨਹੀਂ ਦਿੱਤਾ ਜਾਂਦਾ, ਉਤਨਾ ਚਿਰ ਬਿਆਨ ਆ ਜਿਹੜੇ ਆਪਣੇ ਉਹਨਾਂ ਚ ਕਿਸੇ ਕੰਮ ਦੇ ਨਹੀਂ। ਅਸੀਂ ਮੁੱਖ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੇਕਰ ਇਹ ਫੈਸਲਾ ਸਿਰੇ ਲੱਗ ਜੇ, ਕਿਉਂਕਿ ਪਿਛਲੀ ਸਰਕਾਰਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ 27 ਚੋਣਾਂ ਦੇ ਸਟੰਟ ਵੇਲੇ 27000 ਮੁਲਾਜ਼ਮ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀਗਾ, ਪਰੰਤੂ ਉਹਨਾਂ ਵਿੱਚੋਂ ਕੋਈ ਵੀ ਨਹੀਂ ਹੋਇਆਗਾ। ਜੇਕਰ ਇਹ ਸਰਕਾਰ ਪੱਕੇ ਕਰਦੀ ਹੈ ਤਾਂ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਡਵੋਕੇਟ ਜਨਰਲ APS ਦਿਓਲ ਦਾ ਅਸਤੀਫਾ ਮਨਜ਼ੂਰ ਕਰਕੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੁਣ ਲਿਆ ਹੈ। ਸਿੱਧੂ ਨੇ ਧਮਕੀ ਦਿੱਤੀ ਸੀ ਕਿ ਪਾਰਟੀ ਵਿਵਾਦਿਤ ਅਫਸਰਾਂ ਨੂੰ ਹਟਾਵੇ ਜਾਂ ਫਿਰ ਉਹਨਾਂ ਨੂੰ ਚੁਣ ਲਵੇ। ਕਹਿੰਦਾ ਜਿੱਥੇ ਚੱਲੂਗਾ ਚੱਲੂਗੀ ਨਾਲ ਤੇਰੇ, ਟਿਕਟਾਂ 2 ਲੈ ਲਈ। ਕੈਬਨਿਟ ਮੀਟਿੰਗ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੱਲੋਂ ਹਾਸੇ ਠੱਠੇ ਵਿੱਚ ਦਿੱਤਾ ਗਿਆ ਇਹ ਬਿਆਨ ਅਤੇ ਨਾਲ ਬੈਠੇ ਨਵਜੋਤ ਸਿੰਘ ਸਿੱਧੂ ਦੇ ਚਿਹਰੇ ਦੀ ਖੁਸ਼ੀ ਸਾਫ਼ ਇਸ਼ਾਰਾ ਕਰ ਰਹੀ ਸੀ ਕਿ ਹਾਲ ਦੀ ਘੜੀ ਵਿੱਚ ਚੰਨੀ ਅਤੇ ਸਿੱਧੂ ਦੇ ਵਿਚਾਲੇ ਆਲ ਇਜ਼ ਵੈਲ ਹੋ ਗਿਆ ਹੈ। ਚੰਨੀ ਦੇ ਵੱਲੋਂ ਦਿੱਤਾ ਇਹ ਇਸ਼ਾਰਾ ਗਲਤ ਨਹੀਂ ਸੀ। ਸਿੱਧੂ ਦੀ AG ਨੂੰ ਹਟਾਉਣ ਦੀ ਮੰਗ ਮੰਨ ਕੇ ਚਰਨਜੀਤ ਸਿੰਘ ਚੰਨੀ ਨੇ ਸਾਫ਼ ਕਰ ਦਿੱਤਾ ਕਿ ਉਹਨਾਂ ਨੇ ਅਫਸਰਾਂ ਅਤੇ ਸਿੱਧੂ ਦੇ ਵਿੱਚੋਂ ਪਾਰਟੀ ਪ੍ਰਧਾਨ ਨੂੰ ਤਰਜੀਹ ਦਿੱਤੀ ਹੈ। ਸੋਮਵਾਰ ਨੂੰ ਹੀ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਨੇ ਧਮਕੀ ਦਿੱਤੀ ਸੀ ਕਿ ਸਰਕਾਰ AG DGP ਨੂੰ ਚੁਣ ਲਵੇ ਜਾਂ ਫਿਰ ਉਹਨਾਂ ਨੂੰ। ਸਾਡੇ ਐਡਵੋਕੇਟ ਜਨਰਲ ਸਾਹਿਬ ਨੇ, ਤੁਹਾਨੂੰ ਤੁਸੀਂ ਜਾਣਦੇ ਹੋ, ਕਾਫੀ ਦਿਨਾਂ ਤੋਂ ਅਸਤੀਫਾ ਦਿੱਤਾ ਹੋਇਆ ਸੀ। ਅੱਜ ਕੈਬਨਿਟ ਨੇ ਉਹਨੂੰ ਮਨਜ਼ੂਰ ਕਰ ਲਿਆ। DGP ਦੀ ਜਿਹੜੀ ਪੋਸਟਿੰਗ ਹੈ, ਜਿਨ੍ਹਾਂ ਦੀ 30 ਸਾਲ ਨੌਕਰੀ ਹੋ ਗਈ ਹੈ, ਉਹਨਾਂ ਦਾ ਅਸੀਂ ਆਲਰੇਡੀ ਭੇਜ ਚੁੱਕੇ ਸਾਰਿਆਂ ਦੇ ਨਾਮ। ਸਭ ਚੁਣੋ, ਤੁਸੀਂ ਚੁਣੋ ਨਾ 2 ਕੰਪਰੋਮਾਈਜ਼ਡ ਅਫਸਰ ਜਾਂ PPCC ਚੀਫ ਚੁਣੋ। ਨਵਜੋਤ ਸਿੰਘ ਸਿੱਧੂ ਦੇ AG ਅਤੇ DGP ਨੂੰ ਬਦਲਣ ਦੇ ਫੈਸਲੇ ਨੂੰ ਸਰਕਾਰ ਨੇ ਮਨਜ਼ੂਰ ਕੀਤਾ ਹੈ ਤਾਂ ਸਿੱਧੂ ਦੇ ਸੁਰ ਵੀ ਨਰਮ ਪੈ ਗਏ ਅਤੇ ਉਹਨਾਂ ਨੇ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕਰ ਦਿੱਤਾ, ਜਿਸ ਦਾ CM ਚੰਨੀ ਨੇ ਸਵਾਗਤ ਵੀ ਕੀਤਾ। ਮੇਰਾ ਪਾਰਟੀ ਵੱਲੋਂ 110% ਸਹਿਯੋਗ, ਨਾਲੇ ਚੀਫ ਮਿਨਿਸਟਰ ਨੂੰ, ਨਾਲੇ ਸਾਰਿਆਂ ਨੂੰ, ਇਹਦੇ 'ਚ ਕੋਈ ਸ਼ੱਕ। ਬਹੁਤ ਬਹੁਤ ਧੰਨਵਾਦ ਜੀ।
ਏਜੀ ਡੀਜੀਪੀ ਅਤੇ ਰੇਤੇ ਤੇ ਸਿੱਧੂ ਦੀ ਪਾਲਿਸੀ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਤਾਂ ਜਾਂਦੇ ਜਾਂਦੇ ਸਿੱਧੂ ਨੇ ਸਰਕਾਰ ਦੇ ਸਾਹਮਣੇ ਸ਼ਰਾਬ ਤੇ ਲੱਗਣ ਵਾਲੀ ਐਕਸਾਈਜ਼ ਦਾ ਮੁੱਦਾ ਵੀ ਰੱਖ ਦਿੱਤਾ। ਸ਼ਰਾਬ ਦੀ ਬੋਤਲ ਵੀ ਜੇ ਅੱਧਾ ਕਿਲੋਮੀਟਰ ਤੁਰੀ ਤੇ ਪਤਾ ਲੱਗੂ ਉੱਤੇ ਚਿੱਪ ਲੱਗੀ ਹੋਊ। ਇਹ ਨਹੀਂ ਹੈ ਵੀ ਰਾਤ ਨੂੰ ਕਦੇ ਕਿੱਧਰ ਨੂੰ ਚਲੀ ਗਈ ਤੇ ਕਦੇ ਕਿੱਧਰ ਨੂੰ ਚਲੀ ਗਈ ਤੇ ਕਦੇ ਕਿਹਦੇ ਦਾ ਤੇ ਕਦੇ ਕਿਸੇ ਦਾ। ਸੀਐਮ ਚੰਨੀ ਅਤੇ ਸਿੱਧੂ ਦਾ ਮੁੜ ਤੋਂ ਇੱਕ ਸਟੇਜ ਦੇ ਉੱਤੇ ਆਉਣਾ ਕਾਂਗਰਸ ਹਾਈਕਮਾਨ ਦੇ ਨਾਲ ਪੰਜਾਬ ਕਾਂਗਰਸ ਦੇ ਲਈ ਵੱਡੀ ਰਾਹਤ ਹੈ, ਪਰ ਵੱਡਾ ਸਵਾਲ ਇਹ ਹੈ ਕਿ ਇਹ ਕਦੋਂ ਤੱਕ, ਕਿਉਂਕਿ ਅਜਿਹੀ ਤਸਵੀਰਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਨੇ ਪਰ ਕਾਂਗਰਸ ਦੇ ਅੰਦਰ ਦੀ ਖਾਨਾ ਜੰਗੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਨਪਿੰਦਰ ਬਰਾੜ, ਨਿਊਜ਼ 18 ਪੰਜਾਬ। ਏਜੀ ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਚੰਨੀ ਸਰਕਾਰ ਬੀਜੇਪੀ ਦੇ ਨਿਸ਼ਾਨੇ ਤੇ ਆ ਗਈ ਹੈ। ਬੀਜੇਪੀ ਨੇ ਕਿਹਾ ਕਿ ਏਜੀ ਨੂੰ ਹਟਾਉਣਾ ਸੰਕੇਤ ਨੇ ਕਿ ਸੀਐਮ ਚੰਨੀ ਤਾਂ ਸਿਰਫ ਰਬੜ ਸਟੈਂਪ ਨੇ, ਸਿੱਧੂ ਦੇ ਕੋਲ ਅਸਲ ਪਾਵਰ ਹੈ। ਜਨਰਲ ਦਾ ਅਸਤੀਫਾ ਕੈਬਨਿਟ ਨੇ ਮਨਜ਼ੂਰ ਕਰ ਲਿਆ ਹੈ। ਜਦੋਂ ਏਜੀ ਲਗਾਇਆ ਗਿਆ ਸੀ, ਜਦੋਂ ਭਾਰਤੀ ਜਨਤਾ ਪਾਰਟੀ ਨੇ ਸਪਸ਼ਟ ਸਟੈਂਡ ਲਿਆ ਸੀ ਕਿ ਗਲਤ ਵਿਅਕਤੀ ਦੀ ਏਜੀ ਦੇ ਨਾਤੇ ਨਿਯੁਕਤੀ ਹੋਈ ਹੈ। ਜੋ ਵਿਅਕਤੀ ਬੇਅਦਬੀ ਕਾਂਡ ਦੇ ਦੋਸ਼ੀਆਂ ਦਾ ਵਕੀਲ ਹੈ, ਉਹਨੂੰ ਇਸ ਪਦ ਤੇ ਨਿਯੁਕਤ ਨਹੀਂ ਕਰਨਾ ਚਾਹੀਦਾ ਸੀ। ਲੇਕਿਨ ਜਿਸ ਪ੍ਰਕਾਰ ਨਾਲ ਮੁੱਖ ਮੰਤਰੀ ਚੰਨੀ ਨੇ ਉਹਨੂੰ ਡਿਫੈਂਡ ਕੀਤਾ ਔਰ ਉਸ ਤੋਂ ਬਾਅਦ ਹੁਣ ਮੈਂ ਕਹਾਂ ਕਿ ਜਿਸ ਪ੍ਰਕਾਰ ਨਾਲ ਨਵਜੋਤ ਸਿੰਘ ਸਿੱਧੂ ਨੇ ਬਾਂਹ ਮਰੋੜ ਕੇ ਫੈਸਲਾ ਕਰਾਇਆ ਹੈ, ਉਹਦੇ ਨਾਲ ਇੱਕ ਗਲਤ ਸੰਦੇਸ਼ ਗਿਆ ਹੈ ਔਰ ਮੁੱਖ ਮੰਤਰੀ ਦੀ ਅਥਾਰਟੀ ਪੰਜਾਬ 'ਚ ਡਿਲੂਟ ਹੋਈ ਹੈ। ਨਵਜੋਤ ਸਿੰਘ ਸਿੱਧੂ ਜੋ ਸੁਨੇਹਾ ਦੇਣਾ ਚਾਹੁੰਦੇ ਸੀ ਕਿ ਅਸਲੀ ਬੌਸ ਉਹੀ ਨੇ, ਅਸਲੀ ਮੁੱਖ ਮੰਤਰੀ ਇੱਕ ਤਰ੍ਹਾਂ ਨਾਲ ਉਹੀ ਨੇ, ਚੰਨੀ ਸਾਹਿਬ ਤੇ ਸਿਰਫ ਰਬੜ ਸਟੈਂਪ ਨੇ, ਉਹ ਸੁਨੇਹਾ ਵੀ ਦੇਣ 'ਚੋਂ ਸਫਲ ਹੋਏ ਨੇ। ਤਾਂ ਜਵਾਈ ਦੀ ਨਿਯੁਕਤੀ ਤੇ ਸੁਖਜਿੰਦਰ ਰੰਧਾਵਾ ਫਸਦੇ ਨਜ਼ਰ ਆ ਰਹੇ ਨੇ। ਨਿਯੁਕਤੀ ਤੇ ਕਾਂਗਰਸੀ ਹੀ ਹੁਣ ਗੰਭੀਰ ਸਵਾਲ ਚੱਕਣ ਲੱਗੇ ਨੇ। ਨਿਊਜ਼ 18 ਤੇ ਅੱਜ ਕਾਂਗਰਸ ਵਿਧਾਇਕ ਫਤਿਹ ਜੰਗ ਬਾਜਵਾ ਨੇ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਇਹ ਨਿਯੁਕਤੀ ਕੀਤੀ ਗਈ ਹੈ। ਤਰਨਵੀਰ ਨੂੰ ਕਿਸ ਯੋਗਤਾ ਦੇ ਆਧਾਰ ਤੇ ਅਹੁਦਾ ਮਿਲਿਆ ਹੈ? ਕੈਪਟਨ ਸਰਕਾਰ ਵੇਲੇ ਅਹੁਦੇ ਲਈ ਅਯੋਗ ਹੋਣ ਕਰਕੇ ਇਹ ਅਰਜੀ ਖਾਰਿਜ ਹੋਈ ਸੀ। ਇਹ ਕਹਿਣਾ ਹੈ ਫਤਿਹ ਜੰਗ ਬਾਜਵਾ ਦਾ। ਉਹਨਾਂ ਨੇ ਕਿਹਾ ਹੈ ਕਿ ਰੰਧਾਵਾ ਨੇ ਸਾਬਿਤ ਕਰ ਦਿੱਤਾ ਕਿ ਗ੍ਰਹਿ ਮੰਤਰਾਲਾ ਉਹਨਾਂ ਦੇ ਘਰ ਦਾ ਹੈ। ਅੱਜ ਸੁਖੀ ਰੰਧਾਵਾ ਜੀ ਆਪਣੇ ਉਸ ਅਹੁਦੇ ਦੀ ਦੁਰਉਪਯੋਗ ਕਰਦਿਆਂ ਹੋਇਆਂ ਅੱਜ ਆਪਣੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਲਾ ਕੇ ਇਹਨਾਂ ਨੇ ਨਿਯੁਕਤੀ ਕਰਵਾਈ ਹੈ। ਐਡਵੋਕੇਟ ਜਨਰਲ ਹੀ ਬਣਾ ਲੈਂਦੇ, ਫਿਰ ਇੱਕ ਸਟੈਪ ਥੱਲੇ ਕਿਉਂ? ਜੇ ਇਹ ਘਰ ਨੂੰ ਹੀ ਆਪਣੇ ਨੌਕਰੀਆਂ ਤੁਸੀਂ ਦੇਣੀਆਂ ਨੇ, ਸੁਖੀ ਰੰਧਾਵਾ ਜੀ, ਮੈਂ ਤੁਹਾਨੂੰ ਨਿਊਜ਼ 18 ਦੇ ਮਾਧਿਅਮ ਦੇ ਰਾਹੀਂ ਮੈਂ ਪੁੱਛਣਾ ਚਾਹਨਾ, ਦੂਜਿਆਂ ਤੇ ਉਂਗਲ ਕਰਨ ਨਾਲ 3 ਉਂਗਲਾਂ ਤੁਹਾਡੇ ਵੱਲ ਵੀ ਹੁੰਦੀਆਂ ਨੇ। ਮੈਂ ਤੇ ਆਪਣੇ ਬੇਟੇ ਦੀ ਉਸ ਵਕਤ ਨੌਕਰੀ ਤਿਆਗੀ ਔਰ ਇਹ ਕਹਿਤਾ ਸੀ ਪਹਿਲੇ ਹੀ, ਨੌਕਰੀ ਲੈਣ ਤੋਂ ਪਹਿਲੇ ਸੀਐਮ ਸਾਹਿਬ ਨੂੰ, ਵੀ ਸਾਡਾ ਪਰਿਵਾਰ ਇਹ ਨੌਕਰੀ ਨਹੀਂ ਲੈਣਾ ਚਾਹੁੰਦਾ। ਤੇ ਤੁਸੀਂ ਤਾਂ ਇਹ ਪ੍ਰੂਵ ਕਰ ਦਿੱਤਾ ਲੋਕਾਂ ਦੇ ਵਿੱਚ ਵੀ ਦੇਖੋ ਕੋਈ ਫੁੱਲਫਿਲ। ਜੇ ਇਸ ਤੋਂ ਪਹਿਲੇ ਐਡਵੋਕੇਟ ਜਨਰਲ ਜਦੋਂ ਅਤੁਲ ਨੰਦਾ ਜੀ ਸੀਗੇ, ਉਦੋਂ ਇਹਨਾਂ ਨੇ ਅਪਲਾਈ ਕੀਤਾ, ਜੇ ਉਦੋਂ ਨਹੀਂ ਸੀ ਇਹ ਫੁੱਲਫਿਲ ਕਰਦੇ ਉਹ ਸਾਰੀਆਂ ਸ਼ਰਤਾਂ, ਤੇ ਅੱਜ ਕਿੱਦਾਂ ਕਰਦੇ ਨੇ? ਇਹ ਬਿਲਕੁਲ ਬੇਬੁਨਿਆਦ ਹੈ। ਔਰ ਮੈਂ ਸਮਝਦਾ ਵੀ ਇਹ ਆਪਣੇ ਜਵਾਈਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦੇ ਕੇ ਨਵਾਜਣਾ ਚਾਹੁੰਦੇ। ਤੇ ਆਪਣੀ ਜਵਾਈ ਦੀ ਨਿਯੁਕਤੀ ਕਰਕੇ ਡਿਪਟੀ ਸੀਐਮ ਆਪਣਿਆਂ ਦੇ ਨਾਲ-ਨਾਲ ਵਿਰੋਧੀਆਂ ਦੇ ਵੀ ਨਿਸ਼ਾਨੇ ਤੇ ਨੇ। ਤੁਹਾਨੂੰ ਸੁਣਾਉਂਦੇ ਹਾਂ ਵਿਰੋਧੀ ਕੀ ਕਹਿ ਰਹੇ ਨੇ ਇਸ ਨਿਯੁਕਤੀ ਦੇ ਬਾਰੇ 'ਚ। उड़ाकर कानून को ताक पर रखकर डिप्टी चीफ मिनिस्टर रंधावा साहब को ये तोहफा पंजाब सूबे के मानयोग मुख्यमंत्री चरणजीत सिंह चन्नी जी ने दे दिया। ਸੁਖੀ ਜੀ ਦਾ ਕਿਉਂਕਿ ਇਹ ਰਿਸ਼ਤਾ ਹੀ ਇਹ ਜਿਹਾ ਜਵਾਈ ਸਾਹਿਬ ਦਾ, ਮੈਂ ਤਾਂ ਪਹਿਲਾਂ ਵਧਾਈ ਦਿੱਤੀ ਆ, ਮੈਂ ਫੇਰ ਅੱਜ ਵਧਾਈ ਦੁਹਰਾਉਣਾ, ਮਗਰ ਹੈ ਤਾਂ ਬੇਈਮਾਨੀ, ਹੈ ਠੱਗੀ ਠੋਰੀ। ਜੇ ਆਪਣੇ ਪਰਿਵਾਰਾਂ ਦਾ ਭਲਾ ਕਰਨ ਲਈ ਇਹ ਆਏ ਨੇ ਤੇ ਫਿਰ ਮੈਂ ਸਮਝਦਾ ਜਦੋਂ ਪਹਿਲਾਂ ਵੀ ਨੌਕਰੀਆਂ ਦਿੱਤੀਆਂ, ਨੌਕਰੀ ਕਿਸੇ ਨੂੰ ਨਹੀਂ ਦਿੱਤੀ ਗਈ। ਪਰ ਪਿਛਲੀ ਜਿਹੜੀ ਸਰਕਾਰ ਸਿਰਫ ਮੁੱਖ ਮੰਤਰੀ ਬਦਲਿਆ, ਬਾਕੀ ਤਾਂ ਕੁਝ ਨਹੀਂ ਬਦਲਿਆ। ਕਿਸੇ ਦਾ ਰਿਸ਼ਤੇਦਾਰ ਹੋਣਾ, ਕੋਈ ਜਵਾਈ ਹੋਣਾ, ਕੋਈ ਮਾੜੀ ਗੱਲ ਤਾਂ ਨਹੀਂ। ਬਾਕੀ ਕੰਟੈਕਟ ਬੇਸ ਤੇ ਉਹਨੂੰ ਰੱਖਿਆ ਗਿਆ, ਰਿਜ਼ਰਵ ਕਰਦਾ ਸੀ ਤਦ ਰੱਖਿਆ ਗਿਆ, ਤੇ ਕੋਈ ਇਦਾਂ ਦੀ ਗੱਲ ਨਹੀਂ ਹੋਈ। ਜਿਹੜੇ ਇਲਜ਼ਾਮ ਲੱਗਦੇ ਆ ਤੇ ਇਹ ਨਹੀਂ ਲੱਗਣੇ ਚਾਹੀਦੇ। ਤੇ ਇੱਕ ਹੋਰ ਖਬਰ ਆ ਰਹੀ ਹੈ, ਮਹਿੰਦਰ ਸਿੰਘ ਕੇਪੀ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ, ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਹੈ। 2019 ਚ ਟੈਕਨੀਕਲ ਸਿੱਖਿਆ ਬੋਰਡ ਦੇ ਚੇਅਰਮੈਨ ਲਾਏ ਗਏ ਸਨ ਮਹਿੰਦਰ ਸਿੰਘ ਕੇਪੀ। ਇਸ ਵੇਲੇ ਉਹ ਚੇਅਰਮੈਨ ਨੇ ਟੈਕਨੀਕਲ ਐਜੂਕੇਸ਼ਨ ਬੋਰਡ ਦੇ, ਔਰ ਹੁਣ ਉਹਨਾਂ ਨੂੰ ਕੈਬਨਿਟ ਰੈਂਕ ਦੇ ਨਾਲ ਨਵਾਜ਼ਿਆ ਗਿਆ ਹੈ। ਕੈਬਨਿਟ ਰੈਂਕ ਦੇ ਦਿੱਤਾ ਗਿਆ ਹੈ। ਪੀਪੀਸੀਸੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ। ਦਰਅਸਲ ਬਹੁਤ ਸਾਰੇ ਉਹ ਆਗੂ ਜਿਹੜੇ ਇਸ ਵੇਲੇ ਕਿਤੇ ਨਾ ਕਿਤੇ
ਆਪਣੇ ਆਪ ਨੂੰ ਇਗਨੋਰਡ ਮਹਿਸੂਸ ਕਰ ਰਹੇ ਨੇ ਜਾਂ ਕਾਂਗਰਸ ਦੇ ਹੋਰ ਪੁਰਾਣੇ ਆਗੂ ਜਿਨ੍ਹਾਂ ਨੂੰ ਕੋਸ਼ਿਸ਼ ਹੈ ਕਾਂਗਰਸ ਪਾਰਟੀ ਦੀ ਕਿ ਆਪਣੇ ਨਾਲ ਰੱਖਿਆ ਜਾਵੇ, ਮੁੱਖ ਮੰਤਰੀ ਚੰਨੀ ਦੀ ਇਹ ਕੋਸ਼ਿਸ਼ ਹੈ ਕਿ ਆਪਣੇ ਨਾਲ ਰੱਖਿਆ ਜਾਵੇ। ਇਸ ਕਰਕੇ ਮਹਿੰਦਰ ਸਿੰਘ ਕੇਪੀ ਨੂੰ ਅੱਜ ਕੈਬਨਿਟ ਰੈਂਕ ਦੇ ਨਾਲ ਨਵਾਜ਼ਿਆ ਗਿਆ ਹੈ। ਅੱਜ ਇੱਕ ਮੋਹਾਲੀ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਸੀਐਮ ਚੰਨੀ ਵੱਲੋਂ ਵਾਰ-ਵਾਰ ਸਾਬਕਾ ਮੰਤਰੀ ਬਲਬੀਰ ਸਿੱਧੂ ਦਾ ਨਾਮ ਲਿਆ ਗਿਆ। ਵਾਰ-ਵਾਰ ਉਹਨਾਂ ਵੱਲੋਂ ਕਿਹਾ ਗਿਆ ਕਿ ਬਲਬੀਰ ਸਿੱਧੂ ਹੀ ਸਮਝ ਲਓ ਮੁੱਖ ਮੰਤਰੀ ਨੇ, ਜੋ ਕਹਿਣਗੇ ਉਹ ਸਭ ਕੁਝ ਉਹਨਾਂ ਦੇ ਕਹਿਣ ਤੇ ਹੋਏਗਾ। ਯਾਨੀ ਇੱਕ ਤਰੀਕੇ ਦੀ ਕਵਾਇਦ ਹੈ ਉਹਨਾਂ ਸਾਰੇ ਪੁਰਾਣੇ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ। ਔਰ ਇਹ ਵੀ ਕਿਹਾ ਗਿਆ ਸੀਐਮ ਚੰਨੀ ਵੱਲੋਂ ਕਿ ਬਲਬੀਰ ਸਿੱਧੂ ਨੂੰ ਵੀ ਬਹੁਤ ਜਲਦ ਪਾਰਟੀ ਵੱਲੋਂ ਕੋਈ ਵੱਡਾ ਅਹੁਦਾ ਦਿੱਤਾ ਜਾਏਗਾ। ਸੋ ਮਹਿੰਦਰ ਕੇਪੀ ਪਾਰਟੀ ਦੇ ਪੁਰਾਣੇ ਸੀਨੀਅਰ ਆਗੂ ਨੇ, ਪ੍ਰਧਾਨ ਰਹਿ ਚੁੱਕੇ ਨੇ, ਉਹਨਾਂ ਨੂੰ ਅੱਜ ਕੈਬਨਿਟ ਰੈਂਕ ਦੇ ਨਾਲ ਨਵਾਜ਼ਿਆ ਗਿਆ ਹੈ। ਤੇ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ ਕਿ ਸੰਸਦ ਭਵਨ ਵੱਲ ਹੁਣ ਟਰੈਕਟਰ ਮਾਰਚ ਕੱਢਿਆ ਜਾਏਗਾ। 29 ਨਵੰਬਰ ਤੋਂ ਰੋਜ਼ਾਨਾ ਦੇ ਆਧਾਰ ਤੇ 500 ਕਿਸਾਨਾਂ ਦਾ ਜਥਾ ਸੰਸਦ ਵੱਲ ਰਵਾਨਾ ਹੋਏਗਾ। ਟਰੈਕਟਰ ਮਾਰਚ ਦੇ ਰੂਪ ਦੇ ਵਿੱਚ ਸੰਸਦ ਵੱਲ ਰਵਾਨਾ ਹੋਏਗਾ 29 ਨਵੰਬਰ ਤੋਂ, ਕਿਉਂਕਿ ਸੰਸਦ ਦਾ ਸਰਬਰੋਤ ਇਜਲਾਸ ਸ਼ੁਰੂ ਹੋ ਰਿਹਾ ਹੈ। ਇਸ ਕਰਕੇ ਕਿਸਾਨਾਂ ਵੱਲੋਂ 29 ਨਵੰਬਰ ਦੀ ਤਰੀਕ ਰੱਖੀ ਗਈ ਹੈ। 26 ਨਵੰਬਰ ਨੂੰ ਦਿੱਲੀ ਕਿਸਾਨ ਅੰਦੋਲਨ ਨੂੰ 1 ਸਾਲ ਪੂਰਾ ਹੋ ਜਾਣਾ ਹੈ। ਸੋ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਹੋਈ ਸੀ। ਇਸ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਔਰ ਇਸ ਮੌਕੇ ਤੇ ਇਹ ਕਿਹਾ ਗਿਆ ਕਿ ਸਿੰਘੂ ਤੇ ਟਿਕਰੀ ਬਾਰਡਰ ਤੋਂ ਦੋਨਾਂ ਥਾਵਾਂ ਤੋਂ 500 ਕਿਸਾਨਾਂ ਦਾ ਜਥਾ ਜਿਹੜਾ ਹੈ 500 ਕਿਸਾਨਾਂ ਦਾ ਜਥਾ ਜਿਹੜਾ ਹੈ ਉਹ ट्रैक्टर मार्च के रूप में संसद वाल कूच करेगा। नवंबर को ध्यान में रखते हुए वो ये फैसला हुआ है कि 26 नवंबर को हम यहाँ पे मतलब संख्या बढ़ाएंगे, आंदोलन को बढ़ाएंगे और उसके बाद 29 नवंबर को जब पार्लियामेंट सेशन शुरू होगा उस दिन हमारा ये प्रोग्राम है कि 500 के जत्थे जो इन्होंने मतलब मोर्चे खोले गए हैं, जहाँ जहाँ से इन्होंने बैरिकेड हटाए हैं, उस रास्ते से हम पार्लियामेंट की ओर मतलब जाएंगे। सिंगू बॉर्डर से नहीं जा पाएगा कोई? नहीं, सिंगू बॉर्डर से अभी तक उन्होंने रास्ता नहीं खोला। तो जहाँ जहाँ पे मतलब फैसला ये हुआ कि जहाँ से मतलब उन्होंने रास्ता खोला गया, इसमें गाजीपुर टिकरी, गाजीपुर टिकरी। उधर संयुक्त किसान मोर्चे की मीटिंग दौरान गुरनाम सिंह चड़ूनी ग्रुप वालों बगावत कर दी गई। चड़ूनी के समर्थकों ने 26 नवंबर को ही दिल्ली कूच करने की गल कही, पर संयुक्त मोर्चे की मीटिंग 26 नवंबर के कूच से सहमति नहीं बन सकी, जिस तो बाद चंडूनी समेत उन्होंने समर्थकों ने मीटिंग का बाइकआउट कर दिता तो मीटिंग चों बाहर आके नारेबाजी कर लगे। चंडूनी समर्थक 26 नवंबर के कूच से ही अडिग ने ऐलान किया है कि वह 26 नवंबर को ही दिल्ली कूच करेंगे, जबकि संयुक्त किसान मोर्चे ने 29 नवंबर को संसद वाल कूच करने का फैसला लिया। बच्चों की तरह से आइस का खेल नहीं चलेगा। हमारा नेता हमारे आगे होगा और 26 नवंबर को दिल्ली कूच होगा। हम बिल्कुल नहीं रुकेंगे, जाएंगे जाएंगे। अभी मीटिंग में क्या जाएंगे? मीटिंग का हमें कुछ नहीं पता। 12 महीने चल रही मीटिंग पहले सरकार के लो चली 7 महीने तो वार्ता सरकार के लो टूट रही। संयुक्त किसान मोर्चा भी गोल मोड़ करके अपने घरों चले जा, पर किसान पागल नहीं है, अपने जकत मरवा दिए, अपनी फसला खराब करवा दी, अपने घर बर्बाद कर दिया। हमने 750 ज्यादा ਤੇ ਲਖੀਮਪੁਰ ਕਾਂਡ ਨਾਲ ਜੁੜੀ ਇੱਕ ਵੱਡੀ ਖਬਰ ਹੈ। ਹਥਿਆਰਾਂ ਨਾਲ ਜੁੜੀ FSL ਰਿਪੋਰਟ ਦੇ ਵਿੱਚ ਇੱਕ ਖੁਲਾਸਾ ਹੋਇਆ ਹੈ ਕਿ ਲਖੀਮਪੁਰ ਹਿੰਸਾ ਦੌਰਾਨ ਜੋ ਗੋਲੀ ਚੱਲੀ ਸੀ ਉਹ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਰਾਈਫਲ ਚੋਂ ਹੀ ਚਲਾਈ ਗਈ ਸੀ। ਫਿਲਹਾਲ ਕਿਸੇ ਨੂੰ ਗੋਲੀ ਲੱਗਣ ਦੀ ਪੁਸ਼ਟੀ ਨਹੀਂ ਹੋਈ, ਪਰ ਇਹ ਕਨਫਰਮ ਹੋ ਗਿਆ ਕਿ ਗੋਲੀ ਆਸ਼ੀਸ਼ ਮਿਸ਼ਰਾ ਦੀ ਰਾਈਫਲ ਚੋਂ ਹੀ ਚੱਲੀ ਸੀ। 3 ਅਕਤੂਬਰ ਨੂੰ ਲਖੀਮਪੁਰ 'ਚ ਹਿੰਸਾ ਹੋਈ ਸੀ। ਉਧਰ ਸੰਯੁਕਤ ਕਿਸਾਨ ਮੋਰਚੇ ਨੇ ਇਸ ਰਿਪੋਰਟ ਦੇ ਹਵਾਲੇ ਨਾਲ ਇੱਕ ਬਿਆਨ ਜਾਰੀ ਕੀਤਾ ਹੈ। ਮੰਡੀਆਂ ਬੰਦ ਕਰਨ ਦੇ ਫੈਸਲੇ ਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਇੱਕ ਬਿਆਨ ਆਇਆ ਹੈ ਕਿ ਸਿਰਫ ਛੋਟੀਆਂ ਮੰਡੀਆਂ ਬੰਦ ਕੀਤੀਆਂ ਗਈਆਂ ਨੇ। ਉਹਨਾਂ ਨੇ ਕਿਹਾ ਹੈ ਕਿ ਝੋਨੇ ਦਾ ਇੱਕ ਇੱਕ ਦਾਣਾ ਸਰਕਾਰ ਵੱਲੋਂ ਖਰੀਦਿਆ ਜਾਏਗਾ ਔਰ ਸਾਰੀਆਂ ਮੰਡੀਆਂ ਬੰਦ ਕਰਨ ਦੀ ਜਿਹੜੀ ਗੱਲ ਹੈ ਉਹ ਗਲਤ ਹੈ। ਸਿਰਫ ਛੋਟੀਆਂ ਮੰਡੀਆਂ ਨੂੰ ਬੰਦ ਕੀਤਾ ਗਿਆ। ऑलएस प्रोक्योरमेंट सी की तकरीबन 173 ਲੱਖ ਮੀਟ੍ਰਿਕ ਟਨ ਕੱਲ ਤੱਕ ਦੀ ਅਰਾਈਵਲ ਹੋ ਗਈ। 95% ਦੇ ਕਰੀਬ ਫਸਲ ਆ ਗਈ ਤੇ ਤੁਹਾਨੂੰ ਸਵਾਲ ਪੁੱਛਣ ਦਾ ਮੌਕਾ ਨਹੀਂ ਮਿਲਿਆ। ਹੁਣ ਜਿਹੜੀ ਇਹ ਮੰਡੀਆਂ ਬੰਦ ਹੋ ਰਹੀਆਂ, ਇੱਕ ਤਾਂ ਪਰਚੇਸ ਸੈਂਟਰ ਜਿਹੜੇ ਅਸੀਂ ਵਧਾਏ ਸੀਗੇ ਉਹਨੂੰ ਬੰਦ ਕਰਦੇ ਆ ਰਹੇ ਆ। ਅਸੀਂ ਕਮਿਟਡ ਆ
ਸੀਐਮ ਰਿਵਿਊ ਕੀਤਾ ਸੀ ਕਿਉਂਕਿ ਅਕਾਲੀ ਦਲ ਕਹਿੰਦਾ ਕਿ ਹਾਲੇ ਤਾਂ ਜ਼ਰੂਰਤ ਸੀ ਉਹਨਾਂ ਮੰਡੀਆਂ ਦੀ। ਸੁਣੋ ਤਾਂ ਸਹੀ, ਸੀਐਮ ਸਾਹਿਬ ਕਮਿਟਡ ਹੈ